ਪੰਮੀ ਦਾ ਮੁੰਡਾ ਅਜੇ 4 ਕੁ ਮਹੀਨਿਆਂ ਦਾ ਸੀ ਜਦੋਂ ਜਗਰੂਪ ਐਕਸੀਡੈਂਟ ਹੋਣ ਕਰਕੇ ਜਹਾਨੋਂ ਤੁਰ ਗਿਆ ਸੀ। ਅਜੇ ਵਿਆਹ ਨੂੰ ਮਸਾਂ 2 ਸਾਲ ਹੋਏ ਸਨ ਜਦੋਂ ਦੋਨਾਂ ਦੀ ਹੱਸਦੀ ਵੱਸਦੀ ਖੁਸ਼ ਜ਼ਿੰਦਗੀ ਬਰਬਾਦ ਹੋ ਗਈ। ਜਗਰੂਪ ਦੀ ਕਹਿਰ ਦੀ ਮੌਤ ਪੰਮੀ ਦੇ ਮਾਪਿਆਂ ਤੇ ਜਗਰੂਪ ਦੇ ਮਾਪਿਆਂ ਲਈ ਬਹੁਤ ਵੱਡਾ ਸਦਮਾ ਸੀ। ਸਾਰੇ ਪਾਸੇ ਵਿਚਾਰੀ ਮੰਮੀ ਹੁਣ ਕੀ ਕਰੂਗੀ ਹੋਣ ਲੱਗ ਪਈ। ਸੰਸਕਾਰ ਹੋਇਆ, ਫੁੱਲ ਚੁੱਕ ਕੇ ਜਲ ਪ੍ਰਵਾਹ ਕਰ ਦਿੱਤੇ ਗਏ। ਜਗਰੂਪ ਦੀ ਮੌਤ ਕਰਕੇ ਪੰਮੀ ਦੇ ਮਾਪਿਆਂ ਦਾ ਟੁੱਟਿਆ ਲੱਕ ਕੁਝ ਪੁੱਠਾ ਸਿੱਧਾ ਸੋਚਣ ਲਈ ਮਜਬੂਰ ਕਰ ਰਿਹਾ ਸੀ। ਪੰਮੀ ਦੇ ਨਾਲ ਵਾਪਰੀ ਇਸ ਘਟਨਾ ਨੇ ਉਸ ਨੂੰ ਗੁੰਮਸੁੰਮ ਬਣਾ ਦਿੱਤਾ ਸੀ। ਪੰਮੀ ਦੇ ਮਾਪੇ ਤੇ ਰਿਸ਼ਤੇਦਾਰ ਜਗਰੂਪ ਦੇ ਭੋਗ ਤੋਂ ਪਹਿਲਾਂ ਇੱਕ ਦਿਨ ਪੰਮੀ ਕੋਲ ਆਏ ਤੇ ਬੈਠ ਗਏ। ਪੰਮੀ ਜਿਨ੍ਹਾਂ ਹਾਲਾਤਾਂ 'ਚੋਂ ਗੁਜ਼ਰ ਰਹੀ ਸੀ ਉਹਨਾਂ ਨੂੰ ਇਹ ਵੀ ਇਲਮ ਸੀ, ਪਰ 4 ਮਹੀਨੇ ਦਾ ਬੱਚਾ ਤੇ 26 ਸਾਲਾਂ ਦੀ ਪੰਮੀ ਮਾਪਿਆਂ ਲਈ ਕਈ ਸਵਾਲ ਬਣ ਗਈ ਸੀ। ਕੋਲ ਬੈਠੇ ਪੰਮੀ ਦੇ ਭਰਾ ਨੇ ਪੰਮੀ ਨੂੰ ਕਿਹਾ, ਭੈਣੇ, ਸਾਨੂੰ ਪਤਾ ਤੇਰਾ ਜਹਾਨ ਉੱਜੜ ਗਿਆ, ਤੇਰੀ ਕੀ ਹਾਲਤ ਆ ਅਸੀਂ ਜਾਣਦੇ ਹਾਂ। ਬਾਈ ਜਗਰੂਪ ਦੇ ਸਦਮੇ ਵਿੱਚੋਂ ਨਿਕਲਣ ਲਈ ਤੈਨੂੰ ਬਹੁਤ ਵਕਤ ਚਾਹੀਦਾ, ਪਰ ਅਸੀਂ ਤੇਰੇ ਮਾਪੇ ਹਾਂ ਭੈਣੇ। ਤੇਰਾ ਪੁੱਤ ਅਜੇ 20 ਸਾਲਾਂ ਨੂੰ ਤੇਰਾ ਸਹਾਰਾ ਬਣਨਾ। ਇਹ ਪਹਾੜ ਜਿੱਡੇ 20 ਸਾਲ ਤੇਰੇ ਲਈ ਅਤਿਅੰਤ ਦੁਖਦਾਈ ਹੋਣਗੇ। ਬਾਪੂ ਜੀ ਕਹਿੰਦੇ ਹਨ ਪੰਮੀ ਨੂੰ ਇੱਕ ਵਾਰ ਪੁੱਛ ਲਈਏ ਕਿ ਜੇ ਤੂੰ ਭੋਗ ਵਾਲੇ ਦਿਨ ਸਾਡੇ ਨਾਲ ਪਿੰਡ ਚਲੀ ਜਾਵੇਂ ਤਾਂ ਆਪਾਂ ਤੇਰੀ ਜ਼ਿੰਦਗੀ ਦਾ ਹੱਲ ਕੱਢੀਏ, ਸੋਚ ਲਵਾਂਗੇ। ਇੰਨਾ ਸੁਣ ਪੰਮੀ ਆਪਦੇ ਮਾਪਿਆਂ ਨੂੰ ਟੁੱਟ ਕੇ ਪੈ ਗਈ। ਮੈਂ ਇੱਕ ਮਰਦ ਹਾਂ। ਕੀ ਹੋਇਆ? ਜਗਰੂਪ ਨਹੀਂ ਰਿਹਾ। ਮੈਂ ਆਪਦੇ ਮਾਪੇ ਨਹੀਂ ਜਾਣਾ। ਮੈਂ ਆਪਦੇ ਪੁੱਤ ਕੋਲ ਐਸੇ ਘਰ ਵਿੱਚ ਰਹੂੰਗੀ। ਜਗਰੂਪ ਮੇਰੀ ਰੂਹ ਦਾ ਹਾਣੀ ਸੀ। ਜੇ ਮੇਰੇ ਪੁੱਤ ਦਾ ਪਿਓ ਮਰ ਗਿਆ, ਕੀ ਹੁਣ ਮਾਂ ਵੀ ਮਰ ਜਾਵੇ? ਤੁਸੀਂ ਸੋਚਦੇ ਹੋ ਕਿ ਤੁਸੀਂ ਆਪਦੇ ਘਰੇ ਮੈਨੂੰ ਤੇ ਮੇਰੇ ਪੁੱਤ ਨੂੰ ਸਾਰੀ ਉਮਰ ਰੱਖ ਲਵੋਗੇ? ਤੁਸੀਂ ਸਾਲ ਮੈਨੂੰ ਘਰੇ ਰੱਖ ਕੇ ਅਗਾਂਹ ਵਿਆਹ ਦਿਓਗੇ। ਮੇਰਾ ਪੁੱਤ ਅਨਾਥ ਹੋ ਜੂ। ਮੈਂ ਇਹ ਨਹੀਂ ਕਰ ਸਕਦੀ। ਮੈਂ ਇੱਕ ਮਾਂ ਹਾਂ, ਇੱਥੇ ਰਹਾਂਗੀ। ਤੁਹਾਨੂੰ ਮੈਂ ਕੋਈ ਉਲਾਂਭਾ ਨਹੀਂ ਆਉਣ ਦਿੰਦੀ, ਕਹਿ ਕੇ ਉੱਚੀ ਉੱਚੀ ਰੋਣ ਲੱਗ ਪਈ। ਜ਼ਰੂਰੀ ਨਹੀਂ ਹੁੰਦਾ ਔਰਤਾਂ ਸਰੀਰਾਂ ਨਾਲ ਹੀ ਵਸਦੀਆਂ ਨੇ, ਕਈ ਰੂਹਾਂ ਨਾਲ ਵੀ ਵਸ ਜਾਂਦੀਆਂ ਨੇ। ਅਣਖ ਇਰਾਦਾ ਦ੍ਰਿੜ ਚਾਹੀਦਾ। ਜਗਰੂਪ ਦਾ ਭੋਗ ਪਿਆ ਤੇ ਪੰਮੀ ਆਪਣੇ ਮੁੰਡੇ ਦੀ ਪਰਵਾਹ ਕਰਨ ਲੱਗੀ। ਖੁਦ ਨੂੰ ਸੰਭਾਲਦੀ ਉਸ ਮਾਸੂਮ ਜਿੰਦ ਲਈ ਫਰਜ਼ ਮੂਹਰੇ ਰੱਖ ਕੇ ਕੰਮਕਾਜ ਕਰਦੀ ਸਹੁਰੇ ਘਰ ਰਹਿਣ ਲੱਗੀ। ਇੱਕ ਦਿਨ ਜਗਰੂਪ ਦਾ ਮਾਮਾ ਆਇਆ ਤਾਂ ਆਪਦੀ ਭੈਣ ਨੂੰ ਕਹਿਣ ਲੱਗਿਆ, ਕਿਉਂ ਨਾ ਭੈਣੇ ਆਪਾਂ ਪੰਮੀ ਨੂੰ ਜਗਰੂਪ ਦੇ ਵੱਡੇ ਭਰਾ ਦੇ ਘਰੇ ਬਿਠਾ ਦਈਏ। ਇਹ ਦਰਾਣੀ ਜਠਾਣੀ ਰਲ ਕੇ ਕੱਟ ਲੈਣਗੀਆਂ। ਤੁਸੀਂ ਕਿਹੜਾ ਬਹਿ ਰਹਿਣਾ ਸਦੇ। ਪੰਮੀ ਦਾ ਰੰਡੇਪਾ ਕੱਟਿਆ ਜਾਊ। ਜਿਉਂ ਹੀ ਇਹ ਗੱਲ ਪੰਮੀ ਦੀ ਜਠਾਣੀ ਨੇ ਸੁਣੀ ਤਾਂ ਅੱਗ ਬਬੂਲਾ ਹੋ ਕੇ ਕਹਿਣ ਲੱਗੀ, ਸੁਣ ਮਾਮਾ, ਇੰਜ ਕਿਵੇਂ ਹੋ ਜੂ? ਖਸਮ ਪੰਮੀ ਦਾ ਨਹੀਂ ਮਰਿਆ, ਫਿਰ ਤਾਂ ਮੇਰਾ ਮਰਿਆ ਹੋਇਆ। ਰੰਡੀ ਨੂੰ ਮੈਂ ਕੀ ਕਰੂੰ ਹੁਣ? ਲੱਗੀ ਮੇਰਾ ਬੰਦਾ ਖੋਣ। ਪੁੱਠੇ ਪੈਰਾਂ ਵਾਲੀ, ਆਪਦਾ ਬੰਦਾ ਖਾ ਲਿਆ, ਹੁਣ ਮੇਰੇ ਤੇ ਅੱਖ ਰੱਖ ਲਈ। ਕਾਲਜਾ ਚੀਰਦੇ ਜਠਾਣੀ ਦੇ ਬੋਲ ਪੰਮੀ ਨੂੰ ਲਹੂ ਲੁਹਾਨ ਕਰ ਗਏ। ਰੱਬ ਮਾਰੀ ਪੰਮੀ ਜ਼ਿੰਦਗੀ ਦੇ ਬਣੇ ਹਾਲਾਤਾਂ ਕਰਕੇ ਸਾਰੀ ਰਾਤ ਰੋਂਦੀ ਰਹੀ। ਕਦੇ ਮੁੰਡੇ ਨੂੰ ਚੁੱਕ ਛਾਤੀ ਨਾਲ ਲਾਉਂਦੀ ਤੇ ਕਦੇ ਜਗਰੂਪ ਨਾਲ ਖਿਆਲਾਂ ਵਿੱਚ ਗੱਲਾਂ ਕਰਨ ਲੱਗ ਜਾਂਦੀ। ਜ਼ਿੰਦਗੀ ਦੇ ਮੂਹਰੇ ਬਹੁਤ ਵੱਡੇ ਵੱਡੇ ਦੁੱਖਾਂ ਦੇ ਪਹਾੜ ਦਾ ਸਫ਼ਰ ਆਉਣ ਲੱਗਿਆ। ਅੰਦਰੂਨੀ ਚਿਤਾਵਾਂ ਝੋਰੇ ਚਿਹਰੇ ਦਾ ਰੂਪ ਖੋਹ ਲੈਂਦੇ ਹਨ। ਪੰਮੀ ਟੁੱਟਦੀ ਸੰਭਲਦੀ ਤੇ ਫਿਰ ਉਸੇ ਔਖੇ ਪੈਂਡੇ ਪੈ ਜਾਂਦੀ। ਪੰਮੀ ਆਪਦੇ ਸੱਸ ਸਹੁਰੇ ਨੂੰ ਸੰਭਾਲਦੀ, ਕੰਮ ਕਰਦੀ, ਪਰ ਜਠਾਣੀ ਪੰਮੀ ਅਤੇ ਆਪਦੇ ਘਰ ਵਾਲੇ ਉੱਤੇ ਪੂਰੀ ਨਿਗਾਹ ਰੱਖਦੀ, ਕਦੇ ਪੰਮੀ ਨੂੰ ਬੁਲਾਉਣ ਨਾ ਦਿੰਦੀ। ਜੇ ਕਿਤੇ ਪੰਮੀ ਗੂੜੇ ਰੰਗ ਦਾ ਸੂਟ ਪਾ ਲੈਂਦੀ ਤਾਂ ਆਂਢ ਗੁਆਂਢ ਨਾਲ ਝੱਟ ਗੱਲਾਂ ਕਰਨ ਲੱਗ ਜਾਂਦੀ। ਭੈਣੇ ਰੰਡੀ ਐ, ਸ਼ਰਮ ਨਹੀਂ ਕਰਦੀ ਭੋਰਾ ਵੀ, ਸਿਰੋਂ ਨੰਗੀ ਕਿਵੇਂ ਬਾਣੇ ਪਾ ਨਿਕਲਦੀ ਐ। ਇੱਕ ਦਿਨ ਪੰਮੀ ਦਾ ਮੁੰਡਾ ਬਿਮਾਰ ਹੋ ਗਿਆ ਤੇ ਉਹ ਆਪਦੇ ਸਹੁਰੇ ਨਾਲ ਜਾ ਕੇ ਮੁੰਡੇ ਨੂੰ ਦਵਾਈ ਲੈ ਆਈ ਤਾਂ ਸੱਸ ਝੱਟ ਪੰਮੀ ਦੇ ਦਿਵਾਲੇ ਹੋ ਗਈ। ਆਖੇ ਪੰਮੀਏ ਬਾਈ, ਸ਼ਹਿਰ ਬਾਜ਼ਾਰ ਆਪਦੇ ਸਹੁਰੇ ਨਾਲ ਨਾ ਮੁੜ ਕੇ ਜਾਈ, ਐਵੇਂ ਲੋਕ ਗੱਲਾਂ ਕਰਨਗੇ ਬਈ ਸਹੁਰੇ ਨਾਲ ਤੁਰੀ ਫਿਰਦੀ ਐ ਰੰਡੀ ਤੀਵੀਂ। ਸੱਸ ਦੇ ਅੰਗ ਵਾਂਗ ਲੂੰਦੇ ਬੋਲ ਪੰਮੀ ਦਾ ਫਟਿਆ ਕਲੇਜਾ, ਪਰ ਬੇਵਸੀ ਲਾਚਾਰੀ ਕਰਕੇ ਸਭ ਸਹਿਣ ਕਰਨ ਨੂੰ ਮਜਬੂਰ ਕਰ ਗਿਆ। ਜਦੋਂ ਪੰਮੀ ਦੇ ਸਹੁਰੇ ਘਰ ਕੋਈ ਪ੍ਰਾਹੁਣਾ ਆ ਜਾਂਦਾ ਤਾਂ ਪੰਮੀ ਦੀ ਸੱਸ ਪੰਮੀ ਦੇ ਮਗਰ ਮਗਰ ਤੁਰੇ ਫਿਰਦੀ।
ਪੰਮੀ ਨੂੰ ਇਹ ਗੱਲਾਂ ਬਹੁਤ ਭੈੜੀਆਂ ਲੱਗਦੀਆਂ ਸਨ, ਪਰ ਉਸ ਨੂੰ ਸਿਰ ਦਾ ਸਾਈਂ ਨਾ ਹੋਣ ਕਰਕੇ ਸਹਿਣ ਕਰਨੀਆਂ ਪੈਂਦੀਆਂ ਸਨ। ਜਦੋਂ ਕਦੇ ਪੰਮੀ ਅਜਿਹੀਆਂ ਗੱਲਾਂ ਤੋਂ ਵਰਜਿਤ ਕਰਦੀ ਤਾਂ ਘਰੇ ਮਣਾ ਮੋਹੀ ਕਲੇਸ਼ ਪੈ ਜਾਂਦਾ। ਤਾਨਿਆਂ ਮੇਣਿਆਂ ਦੇ ਤੀਰ ਪੰਮੀ ਨੂੰ ਛਲਣੀ ਕਰ ਦਿੰਦੇ। ਘਰ ਦਾ ਸਾਂਝਾ ਹੋਣ ਕਰਕੇ ਸਾਰੇ ਇਕੱਠੇ ਬਹਿ ਚਾਹ ਪਾਣੀ ਪੀਂਦੇ ਤਾਂ ਪੰਮੀ ਦੀ ਸੱਸ ਪੰਮੀ ਦੇ ਮੂੰਹ ਵੱਲ ਦੇਖਦੀ ਰਹਿੰਦੀ ਕਿ ਪੰਮੀ ਦਾ ਧਿਆਨ ਜੇਠ ਵੱਲ ਜਾਂਦਾ ਹੈ ਜਾਂ ਸਹੁਰੇ ਵੱਲ ਦੇਖ ਰਹੀ ਹੈ। ਪੰਮੀ ਨੇ ਅਖੀਰ ਸਭ ਕੁਝ ਭਾਂਪਦਿਆਂ ਪਰਿਵਾਰ ਵਿੱਚ ਬਹਿਣਾ ਹੀ ਛੱਡ ਦਿੱਤਾ। ਜਦੋਂ ਕੋਈ ਪੰਮੀ ਦੇ ਚੁੱਪ ਰਹਿਣ ਦੀ ਵਜ੍ਹਾ ਪੁੱਛਦਾ ਤਾਂ ਜਠਾਣੀ ਤੇ ਸੱਸ ਇਕੱਲਤਾ ਖੋਰੀ ਚੰਦਰੀ ਕੁਲੈਣੀ ਦੱਸਦੀਆਂ, ਆਪਣੇ ਕੀਤਿਆਂ ਤੇ ਪਰਦੇ ਪਾ ਲੈਂਦੀਆਂ। ਜਦੋਂ ਜਗਰੂਪ ਦੀ ਭੂਆ ਮਿਲਣ ਆਈ ਤਾਂ ਪੰਮੀ ਨਾਲ ਗੱਲਾਂ ਬਾਤਾਂ ਕਰਦੀ ਰਹੀ। ਜਦੋਂ ਪੰਮੀ ਆਪਦੇ ਕਮਰੇ ਵਿੱਚ ਚਲੀ ਗਈ ਤਾਂ ਭੂਆ ਪੰਮੀ ਦੀ ਸੱਸ ਨਾਲ ਗੱਲਾਂ ਕਰਦੀ ਕਹਿ ਰਹੀ ਸੀ, ਭਾਬੀ ਧਿਆਨ ਰੱਖਿਆ ਕਰੋ, ਜਦੋਂ ਤੀਵੀਆਂ ਰੰਡੀਆਂ ਹੋ ਜਾਂਦੀਆਂ ਹਨ ਫਿਰ ਦੂਜੇ ਬੰਦਿਆਂ ਨੂੰ ਖਸਮ ਬਣਾ ਲੈਂਦੀਆਂ ਹਨ। ਤੂੰ ਹੀ ਭਾਬੀ ਆਪਦੇ ਵੱਡੇ ਪੁੱਤ ਤੇ ਬਾਈ ਨੂੰ ਰੋਟੀ ਫੜਾਇਆ ਕਰ, ਕੀ ਪਤਾ ਹੁੰਦਾ ਇਹਨਾਂ ਰੰਡੀਆਂ ਨੇ ਕਿਹਦਾ ਮੂੰਹ ਕਾਲਾ ਕਰ ਦੇਣਾ ਹੁੰਦਾ ਆਪਦੀ ਅੱਗ ਬੁਝਾਉਣ ਲਈ। ਨਾਲੇ ਸੱਚ ਭਾਬੀ, ਤੇਰਾ ਪੋਤਰਾ ਤਾਂ ਵੱਡੇ ਦਾ ਮੁੰਡਾ ਸੁੱਖ ਨਾਲ ਜਵਾਨ ਆ, 19ਵੇਂ ਵਰ੍ਹੇ ਵਿੱਚ ਹੋ ਗਿਆ। ਆਪਣਾ ਕਰਮ ਪੁੱਤ ਨੂੰ ਵੀ ਇਸ ਰੰਡੀ ਤੋਂ ਬਚਾ ਕੇ ਰੱਖਿਓ। ਬਥੇਰੀਆਂ ਚਾਚੀਆਂ ਨੇ ਜਵਾਨ ਮੁੰਡੇ ਵਸ ਵਿੱਚ ਕੀਤੇ ਹੁੰਦੇ ਐ। ਪੂਰਨ ਭਗਤ ਨੂੰ ਵੀ ਤਾਂ ਮਰਵਾ ਹੀ ਦਿੱਤਾ ਸੀ ਰਾਜੇ ਸਲਵਾਨ ਦੀ ਰਾਣੀ ਨੇ। ਮੈਨੂੰ ਤਾਂ ਭਾਬੀ ਬਲਾਈ ਡਰ ਲੱਗਦਾ, ਕਿਤੇ ਇਹ ਰੰਡੀ ਕੋਈ ਚੰਦ ਨਾ ਚੜ੍ਹਾ ਦੇਵੇ। ਪੰਮੀ ਆਪਦੇ ਕਮਰੇ ਵਿੱਚ ਪਈ ਭੂਆ ਦੇ ਦੋਗਲੇ ਚਿਹਰੇ ਹੇਠ ਛੁਪੇ ਸੱਚ ਨੂੰ ਸੁਣ ਰਹੀ ਸੀ। ਭਲਾ ਇਕੱਲਤਾ ਦਾ ਬੋਝ ਅਤੇ ਜ਼ਿੰਦਗੀ ਵਿੱਚ ਪਿਆ ਹਨੇਰ ਨਿੰਦਾ ਕਿੱਥੇ ਆਉਣ ਦਿੰਦਾ। ਉੱਤੋਂ ਜ਼ਮਾਨੇ ਦੀਆਂ ਘਟੀਆ ਮਾਨਸਿਕਤਾ ਹਮਦਰਦੀ ਕਰਨ ਦੀ ਬਜਾਏ ਨਫ਼ਰਤ ਕਿਵੇਂ ਉਗਲਦੀ ਹੈ, ਅਕਸਰ ਪੰਮੀ ਸੋਚਦੀ। ਜ਼ਿੰਦਗੀ ਦੇ ਵਿਗੜੇ ਹਾਲਾਤਾਂ ਦਾ ਜੋੜ ਘਟਾਓ ਕਰਦਿਆਂ ਰਾਤਾਂ ਵੀ ਪਹਾੜ ਜਿੱਡੀਆਂ ਹੋ ਜਾਂਦੀਆਂ। ਸਰਦੀ ਦੇ ਦਿਨ ਆ ਗਏ। ਜਗਰੂਪ ਮਰੇ ਨੂੰ ਵੀ 4 ਮਹੀਨੇ ਹੋ ਗਏ ਸਨ। ਪੰਮੀ ਆਪਦੇ ਮੁੰਡੇ ਨੂੰ ਲੈ ਕੇ ਆਪਦੇ ਕਮਰੇ ਵਿੱਚ ਸੋ ਜਾਂਦੀ। ਹੁਣ ਮੁੰਡਾ ਹੀ ਉਸ ਦਾ ਜਹਾਨ ਸੀ ਤੇ ਉਸ ਲਈ ਹੀ ਉਸਨੇ ਜਿਉਣਾ ਚਾਹੁੰਦੀ ਸੀ। ਪੰਮੀ ਦੇ ਸੱਸ ਸਹੁਰਾ ਪੰਮੀ ਦੇ ਕਮਰੇ ਦੇ ਮੂਹਰੇ ਮੰਜੇ ਉਡਾ ਕੇ ਸੌਂਦੇ, ਪੂਰੀ ਰਾਖੀ ਕਰਦੇ। ਇੱਕ ਦਿਨ ਪੰਮੀ ਰਾਤ ਨੂੰ ਬਾਥਰੂਮ ਜਾਣ ਲਈ ਉੱਠੀ ਤਾਂ ਅਚਾਨਕ ਪੰਮੀ ਦੀ ਸੱਸ ਦੀ ਅੱਖ ਖੁੱਲ੍ਹ ਗਈ। ਤੰਬਕ ਕਰਕੇ ਉੱਠੀ ਤੇ ਵੇਖਿਆ ਪੰਮੀ ਆਪਦੇ ਬੈੱਡ 'ਤੇ ਨਹੀਂ ਸੀ ਤਾਂ ਸੱਸ ਰੌਲਾ ਪਾਉਣ ਲੱਗੀ, ਵੇ ਜਗਰੂਪ ਦੇ ਬਾਪੂ, ਪੰਮੀ ਨਹੀਂ ਦੀਂਦੀ, ਉੱਠ ਵੇ ਵੇਖੀ। ਪੰਮੀ ਨੇ ਬਾਥਰੂਮ ਮੂਹਰੇ ਸਾਰਾ ਟੱਬਰ ਇਕੱਠਾ ਹੋਇਆ ਖੜਿਆ ਦੇਖਿਆ ਤਾਂ ਪੰਮੀ ਬਹੁਤ ਦੁਖੀ ਹੋਈ। ਜਦੋਂ ਪੰਮੀ ਨੇ ਇਕੱਠੇ ਹੋਣ ਦਾ ਕਾਰਨ ਪੁੱਛਿਆ ਤਾਂ ਸੱਸ ਕਹਿਣ ਲੱਗੀ, ਹਾਏ ਨੀ ਕੁੜੀਏ, ਮੈਂ ਤਾਂ ਸੋਚਿਆ ਚੰਦਰੀ ਕਰ ਗਈ, ਕਾਲਾ ਮੂੰਹ ਸਾਡਾ ਭੱਜ ਗਈ ਕਿਸੇ ਗੈਰ ਨਾਲ। ਇਕੱਲੀ ਨਾ ਰਾਤੇ ਬਰਾਤੇ ਉੱਠਿਆ ਕਰ, ਜੇ ਰਾਤ ਨੂੰ ਤੂੰ ਬਾਥਰੂਮ ਜਾਣਾ ਹੋਵੇ ਤਾਂ ਸਾਨੂੰ ਨਾਲ ਲੈ ਕੇ ਜਾਇਆ ਕਰ। ਪੰਮੀ ਸਮਝ ਗਈ ਸੀ ਕਿ ਇਹਨਾਂ ਗੰਦੇ ਦਿਮਾਗਾਂ ਵਿੱਚ ਕੂੜ ਭਰਿਆ ਪਿਆ ਹੈ। ਉਹ ਇਸ ਕਰਕੇ ਪੰਮੀ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਦੇ ਸਨ। ਪੰਮੀ ਨੂੰ ਉਹਦਾ ਭਰਾ ਇੱਕ ਦਿਨ ਲੈਣ ਆਇਆ। ਪੰਮੀ ਸੱਸ ਦੀ ਇਜਾਜ਼ਤ ਲੈ ਕੇ ਚਲੀ ਗਈ। ਮਾਂ ਨਾਲ ਦੁੱਖ ਸੁੱਖ ਸਾਂਝੇ ਕੀਤੇ। ਤਬਾਹਕੁਨ ਜ਼ਿੰਦਗੀ, ਚਿਹਰੇ 'ਤੇ ਹਾਸੇ ਨਹੀਂ ਸੀ। ਹਮੇਸ਼ਾ ਵਹਿੰਦੇ ਨੀਰ ਹੀ ਰੱਖਦੀ। ਮਾਂ ਨਾਲ ਗੱਲਾਂ ਕਰਦਿਆਂ ਪੰਮੀ ਰੋ ਪਈ। ਭਤੀਜੇ ਦਾ ਅਗਲੇ ਦਿਨ ਜਨਮ ਦਿਨ ਸੀ। ਜਦੋਂ ਕੇਕ ਕੱਟਿਆ ਤਾਂ ਪੰਮੀ ਦੀ ਭਰਜਾਈ ਨੇ ਰੌਲਾ ਪਾ ਲਿਆ ਕਿ ਮੇਰੇ ਪੁੱਤ ਦੇ ਜਨਮ ਦਿਨ ਉੱਤੇ ਇਸ ਕੁਲੈਣੀ ਨੇ ਮੂੰਹ ਜੁਠਾ ਕੇ ਬਦਸ਼ਗਨੀ ਕਰ ਦਿੱਤੀ। ਜਦੋਂ ਦੀ ਘਰੇ ਆਈ ਆ ਰੋਣਾ ਪਾਈ ਬੈਠੀ ਆ। ਪੰਮੀ ਸਭ ਕੁਝ ਮਨ ਵਿੱਚ ਸਮਾ ਕੇ ਸਹੁਰੇ ਘਰ ਪਰਤ ਆਈ। ਪੰਮੀ ਦੇ ਭਰਾ ਨੇ ਪੰਮੀ ਨੂੰ ਫੋਨ ਲੈ ਕੇ ਦਿੱਤਾ। ਉਸ ਦੀ ਸੱਸ ਨੇ ਫੋਨ ਖੋਹ ਲਿਆ ਕਿ ਤੇਰਾ ਕੀ ਭਰੋਸਾ, ਤੂੰ ਫੋਨਾਂ 'ਤੇ ਬਾਹਰ ਸੰਬੰਧ ਬਣਾ ਲਵੇਂ, ਸਾਡੀ ਇੱਜ਼ਤ ਨਿਲਾਮ ਕਰ ਦੇਵੇਂ ਰੰਡੀਏ। ਪੰਮੀ ਘਰ ਵਿੱਚ ਰਹਿੰਦੀ, ਕਦੇ ਵੀ ਮਾੜੇ ਖਿਆਲ ਉਸ ਦੇ ਮਨ ਵਿੱਚ ਨਹੀਂ ਸਨ ਆਉਂਦੇ। ਮਨ ਸਾਧ ਲਿਆ ਸੀ, ਪਰ ਚੁਫੇਰੇ ਦੀਆਂ ਘਟੀਆਂ ਔਰਤਾਂ ਉਸ ਨੂੰ ਬਹੁਤ ਗੁਨਾਹਗਾਰ ਸਮਝਦੀਆਂ ਸਨ, ਜਿਵੇਂ ਰੱਬ ਦੀ ਕੀਤੀ ਨੂੰ ਭੁੱਲ ਗਈਆਂ ਹੋਣ ਤੇ ਪੰਮੀ ਨੇ ਖੋਟੀ ਕਿਸਮਤ ਆਪ ਲਿਖੀ ਹੋਵੇ ਜਾਂ ਜਗਰੂਪ ਨੂੰ ਪੰਮੀ ਨੇ ਮਾਰਿਆ ਹੋਵੇ। ਜੇ ਕਿਤੇ ਕੋਈ ਵਿਆਹ ਸ਼ਾਦੀ ਸ਼ਗਨ ਵਿਹਾਰ ਹੁੰਦੇ ਤਾਂ ਪੰਮੀ ਨੂੰ ਪਹਿਲਾਂ ਹੀ ਤਾੜਨਾ ਕੀਤੀ ਜਾਂਦੀ ਕਿ ਤੂੰ ਰਸਮਾਂ ਕਰਦੇ ਸਮੇਂ ਪਿੱਛੇ ਰਹਿਣਾ ਹੈ, ਵਿਆਹ ਵਾਲੇ ਜੋੜੇ ਦੇ ਮੱਥੇ ਨਹੀਂ ਲੱਗਣਾ, ਕਿਉਂਕਿ ਤੇਰਾ ਸਿਰ ਨੰਗਾ, ਤੂੰ ਰੰਡੀ ਹੈ। ਹੁਣ ਤੂੰ ਸ਼ਗਨ ਨਹੀਂ ਕਰ ਸਕਦੀ, ਤੂੰ ਬਦਸ਼ਗਨੀ ਔਰਤ ਆਂ। ਬੱਚਾ ਵੱਡਾ ਹੁੰਦਾ ਗਿਆ। ਸਕੂਲ ਪੜ੍ਹਨ ਲਾਇਆ। ਪੰਮੀ ਉਸ ਨੂੰ ਪੜ੍ਹਾਉਣ ਦੀ ਉਸ ਦਾ ਖਿਆਲ ਰੱਖਦੀ, ਰੱਬ ਦਾ ਨਾਮ ਲੈਂਦੀ। ਪੁੱਤ ਜਦੋਂ ਜਗਰੂਪ ਦੇ ਚਿਹਰੇ ਦੀ ਨੁਹਾਰ ਨੂੰ ਤੱਕਦੀ
ਅੰਦਰੋਂ ਟੁੱਟੀ ਬਾਹਰੋਂ ਖਾਮੋਸ਼ ਔਂਕੜਾਂ ਭਰੇ ਸਫ਼ਰ 'ਤੇ ਤੁਰਦੀ ਅਕਸਰ ਗੁਣਗੁਣਾਉਂਦੀ, ਜੇ ਹੁੰਦੀ ਕਿਧਰੇ ਬਸੰਤੀ ਰੱਬ ਮਾਰੀਆਂ ਰੰਡੀਆਂ ਦੀ, ਤਾਂ ਜਾ ਬਹਿੰਦੀ ਉੱਥੇ ਆਪਦੇ ਪੁੱਤ ਨਾਲ। ਬੇਫਿਕਰੀਆਂ ਵਸ ਲੈਂਦੀਆਂ ਇਹ ਖਸਮਾਂ ਵਾਲੀਆਂ। ਪੰਮੀ ਦਾ ਨਾਮ ਹੁਣ ਰੰਡੀ ਪੱਕ ਗਿਆ ਸੀ। ਆਂਢ ਗੁਆਂਢ, ਨੇੜੇ ਗਲੀਆਂ ਵਾਲੇ ਰਿਸ਼ਤੇਦਾਰ ਸਾਰੇ ਪੰਮੀ ਉੱਤੇ ਬਾਜ ਵਾਲੀ ਅੱਖ ਲਾਈ ਰੱਖਦੇ ਸਨ। ਕਿੱਥੇ ਜਾਂਦੀ ਹੈ, ਕਿਹਦੇ ਨਾਲ ਗੱਲ ਕਰਦੀ ਹੈ। ਬਹੁਤੇ ਮਰਦ ਉਸ ਦੀ ਇਕੱਲਤਾ ਲਈ ਲਲਚਾਈਆਂ ਨਜ਼ਰਾਂ ਨਾਲ ਵੀ ਦੇਖਦੇ। ਪੰਮੀ ਮਨ ਹੀ ਮਨ ਬਹੁਤ ਦੁਖੀ ਹੁੰਦੀ ਤੇ ਸੋਚਦੀ ਇਹ ਲੋਕ ਕਿੰਨੇ ਵਿਹਲੇ ਤੇ ਪਾਗਲ ਹਨ। ਕਿਵੇਂ ਮੇਰਾ ਜਿਉਣਾ ਹਰਾਮ ਕੀਤਾ ਹੈ। ਕਿਉਂ ਸਾਰਾ ਦਿਨ ਮੈਨੂੰ ਹੀ ਵਾਚਦੇ ਰਹਿੰਦੇ ਹਨ ਕਿ ਔਰਤ ਦੀ ਮਰਦ ਤੋਂ ਬਿਨਾਂ ਕੋਈ ਔਕਾਤ ਨਹੀਂ, ਕਿ ਉਹ ਗੂੜੇ ਸੂਟ ਨਹੀਂ ਪਾ ਸਕਦੀ। ਇਹ ਗੂੜੇ ਰੰਗ ਸੁਹਾਗਣਾਂ ਲਈ ਹੀ ਬਣੇ ਹਨ। ਇੱਕ ਦਿਨ ਪੰਮੀ ਦੇ ਸੁਪਨੇ ਵਿੱਚ ਜਗਰੂਪ ਆਇਆ ਤੇ ਹੰਝੂ ਪੂੰਝਦਾ ਹੋਇਆ ਕਹਿਣ ਲੱਗਾ, ਪੰਮੀਏ ਕਾਹਤੋਂ ਰੋਨੀ ਐ? ਮੈਂ ਕਿਹੜਾ ਦੂਰ ਗਿਆ ਕਿਤੇ, ਮੇਰੀ ਰੂਹ ਤਾਂ ਤੇਰੇ 'ਚ ਵਸਦੀ ਆ। ਮਰਦ ਬਣ ਮਰਦ। ਵੇਖ ਤੂੰ ਕੀ ਹਾਲ ਬਣਾ ਲਿਆ ਰੋ ਕੇ ਆਪਦਾ। ਅਤੇ ਪੰਮੀ ਕਹਿਣ ਲੱਗੀ, ਰੂਪ ਮੈਂ ਤਾਂ ਮਰਦ ਹੀ ਬਣ ਕੇ ਜਿਉਂਦੀ ਆਂ। ਤੈਨੂੰ ਸੰਗ ਸਮਝਦੀ ਆਂ, ਪੁੱਤ ਪਾਲਦੀ ਆਂ, ਪਰ ਕਿੱਥੇ ਜਿਉਣ ਦਿੰਦੀਆਂ ਨੇ ਇਹ ਖਸਮਾਂ ਵਾਲੀਆਂ। ਦੋਸਤੋ, ਇਹ ਸੀ ਅੱਜ ਦੀ ਕਹਾਣੀ, ਸਾਡੇ ਸਮਾਜ ਦਾ ਨੰਗਾ ਸੱਚ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਆਪਣੇ ਵਿਚਾਰ ਇਸ ਕਹਾਣੀ ਬਾਰੇ ਜ਼ਰੂਰ ਦੱਸਿਓ ਜੀ। ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਖੁਸ਼ ਰਹੋ, ਆਬਾਦ ਰਹੋ।